ਖਾਲਸਾ ਜੀ ਜਿਨ੍ਹਾਂ ਭਗਤਾਂ ਨੇ ਭਾਵਨਾ ਸਹਿਤ ਉਸ ਅਕਾਲ ਪੁਰਖ ਦੀ ਉਸਤਤ ਦੇ ਵਿੱਚ ਲਿਵ ਨੂੰ ਜੋੜਿਆ, ਸੁਰਤੀ ਨੂੰ ਅਕਾਲ ਦੀ ਉਸਤਤ ਦੇ ਵਿੱਚ ਜੋੜਿਆ, ਸੱਚੀ ਗੱਲ ਹੈ। ਬਾਣੀ ਦਾ ਫਰਮਾਨ ਹੈ ਕਿ ਉਹਨਾਂ ਦੀ ਸੋਭਾ, ਉਹਨਾਂ ਦੇ ਨਾਮ ਜੁਗੋ ਜੁਗ ਅਟਲ ਹੋ ਗਏ। ਭਗਤਾਂ ਦੀ ਹਸਤੀ ਜੁਗੋ ਜੁਗ ਅਟਲ ਹੋ ਗਈ। ਨਾਮਾ ਛੀਬਾ ਕਬੀਰ ਜੁਲਾਹਾ, ਪੂਰੇ ਗੁਰ ਤੇ ਗਤ ਪਾਈ। ਬ੍ਰਹਮ ਕੇ ਬੇਤੇ ਸ਼ਬਦ ਪਛਾਣ ਹੈ, ਹਉਮੈ ਜਾਤ ਗਵਾਈ। ਸੁਰ ਨਰ ਤਿਨ ਕੀ ਬਾਣੀ ਗਾਵਹਿ, ਕੋਏ ਨਾ ਮੇਟੈ ਭਾਈ। ਸਤਿਗੁਰੂ ਕਹਿੰਦੇ ਭਾਵੇਂ ਕਿਹਾ ਜਾਂਦਾ ਸੀ ਕਿ ਭਗਤ ਨਾਮਦੇਵ ਛੀਬਾ ਜਾਤ ਤੋਂ ਤਾਲੁਕਾਤ ਰੱਖਦੇ ਨੇ। ਭਗਤ ਕਬੀਰ ਨੂੰ ਕਿਹਾ ਗਿਆ ਕਿ ਤੂੰ ਜੁਲਾਹਾ ਜਾਤ ਤੋਂ ਤਾਲੁਕਾਤ ਰੱਖਦਾ ਹੈ, ਪਰ ਭਗਤ ਸਾਹਿਬ ਕਹਿੰਦੇ ਮੇਰੀ ਇਸ ਜਾਤ ਕੋ ਸਭ ਕੋ ਹਸਨੇ ਹਾਰ, ਬਲਿਹਾਰੀ ਇਸ ਜਾਤ ਕੋ ਜੇ ਜਪਿਓ ਸਿਰਜਣਹਾਰ। ਕਹਿੰਦੇ ਮੈਂ ਇਸ ਜਾਤ ਤੋਂ ਵੀ ਬਲਿਹਾਰੇ ਜਾਂਦਾ ਜਿਹਨੇ ਪਰਮਾਤਮਾ ਨੂੰ ਜਪ ਲਿਆ। ਸੱਚੀ ਗੱਲ ਹੈ, ਪਰਮਾਤਮਾ ਦੀ ਭਗਤੀ ਕੋਈ ਕਿਸੇ ਵੀ ਮਜ਼ਹਬ, ਕਿਸੇ ਵੀ ਫਿਰਕੇ, ਕਿਸੇ ਵੀ ਜਾਤ ਦੇ ਵਿੱਚ ਰਹਿ ਕੇ ਕਰੇ ਤੇ ਪਰਮਾਤਮਾ ਦੀ ਦਰਗਾਹ ਦੇ ਵਿੱਚ ਉਹਦਾ ਸਤਿਕਾਰ ਜ਼ਰੂਰ ਹੋਵੇਗਾ। ਬ੍ਰਹਮੰਡ ਦੇ ਤਖਤੇ ਤੇ ਉਹਦਾ ਸਤਿਕਾਰ ਜ਼ਰੂਰ ਹੋਵੇਗਾ। ਕਿਉਂਕਿ ਇਸ ਯੁਗ ਮਹਿ ਸੋਭਾ, ਨਾਮ ਕੀ ਬਿਨ ਨਾਵੈ ਸੋਭ ਨਾ ਹੋਈ। ਕੇਵਲ ਤੇ ਕੇਵਲ ਪਰਮਾਤਮਾ ਦੇ ਨਾਮ ਦੀ ਸੋਭਾ ਹੈ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰੂ ਗੋਬਿੰਦ। ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਜਾਂ ਤੇ ਪਰਮਾਤਮਾ ਦਾ ਨਾਮ ਜੁਗੋ ਜੁਗ ਅਟਲ ਹੈ, ਜਾਂ ਫਿਰ ਜਿਹਨੇ ਆਪਣੇ ਮਨ ਨੂੰ ਸਾਧ ਲਿਆ ਤੇ ਮਨ ਦੀ ਸਾਧਨਾ ਕਰਕੇ ਜਿਹਨੇ ਪਰਮਾਤਮਾ ਨੂੰ ਜਪ ਲਿਆ ਉਹ ਜੁਗੋ ਜੁਗ ਅਟਲ ਹੈ। ਕੇਵਲ ਤੇ ਕੇਵਲ ਦੋ ਹਸਤੀਆਂ ਸਦਾ ਸੰਸਾਰ ਤੇ ਕਾਇਮ ਰਹਿਣਗੀਆਂ, ਪਰਮਾਤਮਾ ਤੇ ਹਮੇਸ਼ਾ ਪਰਮਾਤਮਾ ਦੇ ਪਿਆਰੇ। ਮੈਂ ਬੇਨਤੀ ਕਰਾਂ, ਖਾਲਸਾ ਜੀ ਇੱਕ ਵਿਦਵਾਨ ਨੇ ਨਾ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਉਸਤਤ ਦੇ ਬਾਰੇ ਚਾਨਣਾ ਪਾਉਣ ਦੇ ਲਈ ਕਾਂ ਅਤੇ ਕੋਇਲ ਦਾ ਉਦਾਹਰਣ ਦਿੱਤਾ। ਉਹ ਲਿਖਦੇ ਨੇ ਇਹ ਨਾ ਸਮਝੋ ਕਿ ਅਕਾਲ ਦੀ ਉਸਤਤ ਵੀ ਕੇਵਲ ਜਿਵੇਂ ਸੰਸਾਰ ਦੇ ਵਿੱਚ ਕਿਸੇ ਦੀ ਖੁਸ਼ਾਮਦ ਕਰੀਦੀ ਹੈ ਉਸ ਤਰ੍ਹਾਂ ਹੈ। ਅਕਾਲ ਦੀ ਉਸਤਤ ਕੇਵਲ ਸ਼ਬਦਾਂ ਦੀ ਮੁਹਤਾਜ ਨਹੀਂ। ਅਕਾਲ ਤੇ ਉਸਤਤ ਪਰਮਾਤਮਾ ਦੀ ਉਸਤਤ, ਪਰਮਾਤਮਾ ਦਾ ਨਾਮ ਤੇਰੇ ਹਿਰਦੇ ਦੇ ਵਿੱਚੋਂ ਨਿਕਲੀ ਹੋਈ ਇੱਕ ਤੜਪ ਹੈ। ਤੇਰੇ ਹਿਰਦੇ ਦੇ ਵਿੱਚੋਂ ਨਿਕਲੀ ਹੋਈ ਇੱਕ ਤੜਪ ਦੀ ਆਵਾਜ਼ ਹੈ ਕਿ ਪਰਮਾਤਮਾ ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਅਨੇਕਾਂ ਜਨਮ ਹੋ ਗਏ, ਮੈਂ ਭਟਕਦਾ ਰਿਹਾ, ਮੈਂ ਭੁੱਲੀ ਮੈਂ ਭਟਕ ਰਹੀ ਹਾਂ। ਦੱਸੋ ਪ੍ਰੀਤਮ ਦਾ ਦਰ ਕਿਹੜਾ, ਜਿਸ ਗੱਲੋਂ ਹੈ ਪ੍ਰੀਤਮ ਰੀਝੇ, ਵੇਸ ਬਣਾਵਾਂ ਕਿਹੜਾ। ਮੈਂ ਭੁੱਲਿਆ ਹਾਂ, ਮੈਂ ਭਟਕ ਰਿਹਾ ਸੰਸਾਰ 'ਤੇ ਕਈ ਜਨਮਾਂ ਤੋਂ, ਮੈਨੂੰ ਪਰਮਾਤਮਾ ਨਹੀਂ ਮਿਲ ਰਿਹਾ। ਦੱਸੋ ਮੈਂ ਕਿਹੜਾ ਵੇਸ ਬਣਾਵਾਂ, ਕਿਹੜਾ ਭੇਖ ਧਾਰਨ ਕਰਾਂ ਕਿ ਮੈਨੂੰ ਪਰਮਾਤਮਾ ਦੇ ਦਰਸ਼ਨ ਹੋ ਜਾਣ। ਮੁਹਾਉ ਕੇ ਬੋਲਣ ਬੋਲੀਐ, ਜਿਤ ਸੁਣ ਧਰੇ ਪਿਆਰ। ਮੈਂ ਕੀ ਬੋਲਾਂ ਮੂੰਹ ਦੇ ਵਿੱਚੋਂ, ਰਸਨਾ ਦੇ ਵਿੱਚੋਂ ਕਿ ਪਰਮਾਤਮਾ ਮੇਰੇ ਪ੍ਰਤੀ ਪ੍ਰੇਮ ਜਗਾਵੇ, ਪਰਮਾਤਮਾ ਮੈਨੂੰ ਆ ਕੇ ਕਲਾਵੇ ਵਿੱਚ ਲਵੇ। ਉਸ ਵਿਦਵਾਨ ਦੇ ਬੋਲ ਨੇ ਕਿ ਕੋਇਲ ਨੂੰ ਆਖਣ ਮਿੱਠੀ ਬੋਲੀ, ਕਾਂ ਆਖਣ ਕਨ ਖਾਵਣ। ਕਾਂ ਕਾਲਾ ਕੋਇਲ ਵੀ ਕਾਲੀ, ਦੋਵੇਂ ਪੰਛੀ ਜਾਤ ਸਦਾਵਣ। ਜਾਂ ਟੁੱਕਰ ਤਾਂ ਕਾਂ ਕਾਂ ਕਰਦਾ, ਹੀਣਾ ਜਗ ਤੇ ਹੋਇਆ। ਪ੍ਰੀਤਮ ਦੇ ਬਿਰਹੋਂ ਵਿੱਚ ਗਾਉਂਦੀ, ਕੋਇਲ ਸੋਭਾ ਪਾਵਣ। ਉਹ ਲਿਖਦੇ ਨੇ ਕਿ ਵੇਖੋ ਸੰਸਾਰ ਦੇ ਤਖਤੇ ਦੇ ਉੱਤੇ ਕੋਇਲ ਵੀ ਗਾਉਂਦੀ ਹੈ ਤੇ ਕਾਂ ਵੀ ਗਾਉਂਦਾ ਹੈ, ਪਰੰਤੂ ਜਦੋਂ ਕੋਇਲ ਗਾਉਂਦੀ ਹੈ, ਕੋਇਲ ਦੀ ਕੂਕ ਮਿੱਠੀ ਧੁਨੀ ਪੈਦਾ ਕਰਦੀ ਹੈ ਤੇ ਸੰਸਾਰ ਦੇ ਲੋਕਾਂ ਦੇ ਤਪਦੇ ਹੋਏ ਹਿਰਦੇ ਠਾਰ ਦਿੰਦੀ ਹੈ। ਲੋਕ ਕਹਿੰਦੇ ਨੇ ਕਿ ਵੇਖੋ ਕੈਸੀ ਮਧੁਰ ਆਵਾਜ਼ ਦੇ ਵਿੱਚ ਕੋਇਲ ਕੂਕ ਪਈ ਮਾਰਦੀ ਹੈ, ਤੇ ਜਦੋਂ ਕਾਂ ਆ ਕੇ ਕਾਂ ਕਾਂ ਕਰਦਾ ਤੇ ਲੋਕੀ ਕਹਿੰਦੇ ਨੇ ਵੀ ਅੱਜ ਤੇ ਆ ਕੇ ਕਾਂ ਕੰਨ ਹੀ ਖਾ ਗਿਆ। ਕਿਉਂਕਿ ਕਾਂ ਸੰਸਾਰ ਦੇ ਦੋ ਟੁਕਰਾਂ ਦੀ ਖਾਤਰ ਕਾਂ ਕਾਂ ਕਰਦਾ ਹੈ। ਪਰ ਉਹ ਵਿਦਵਾਨ ਲਿਖਦਾ ਹੈ ਕਾਂ ਭਾਵੇਂ ਕਾਂ ਵੀ ਕਾਲਾ ਹੈ, ਕੋਇਲ ਵੀ ਕਾਲੀ ਹੈ, ਦੋਵੇਂ ਪੰਛੀ ਨੇ, ਪਰ ਕਾਂ ਸੰਸਾਰ ਦੇ ਟੁਕਰਾਂ ਦੀ ਖਾਤਰ ਕਾਂ ਕਾਂ ਕਰਦਾ ਹੈ। ਪਰ ਕੋਇਲ ਆਪਣੇ ਪ੍ਰੀਤਮ ਦੇ ਬਿਰਹੋ ਦੇ ਵਿੱਚ, ਆਪਣੇ ਪ੍ਰੀਤਮ ਦੀ ਯਾਦ ਦੇ ਵਿੱਚ ਤੜਪ ਕੇ ਗਾਉਂਦੀ ਹੈ। ਇਸ ਕਰਕੇ ਕਈਆਂ ਦੇ ਤਪਦੇ ਹੋਏ ਹਿਰਦੇ ਠਾਰ ਜਾਂਦੀ ਹੈ। ਸੋ ਇਸ ਕਰਕੇ ਤੂੰ ਵੀ ਕਿਤੇ ਕੋਇਲ ਦੀ ਤਰ੍ਹਾਂ, ਕਿਤੇ ਬਬੀਹੇ ਦੀ ਤਰ੍ਹਾਂ ਅੰਮ੍ਰਿਤ ਵੇਲੇ ਜਾਗ ਕੇ ਅਕਾਲ ਉਸਤਤ ਦਾ ਜਾਪ ਕਰ, ਪਰਮਾਤਮਾ ਦਾ ਜਾਪ ਕਰ। ਸੱਚੀ ਗੱਲ ਹੈ, ਬੁੱਢਾ ਦਲ ਦੇ ਜਥੇਦਾਰ ਬਾਬਾ ਸਾਹਿਬ ਸਿੰਘ ਜੀ ਕਲਾਧਾਰੀ ਜੀ,
ਜਿਨ੍ਹਾਂ ਉੱਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼, ਅਪਾਰ ਰਹਿਮਤ ਸੀ। ਕਲਗੀਧਰ ਪਾਤਸ਼ਾਹ ਨੇ ਕਿਰਪਾ ਕੀਤੀ, ਆਪਣੇ ਇਲਾਹੀ ਦਰਸ਼ਨ ਦੀ ਦਾਤ ਉਹਨਾਂ ਦੀ ਝੋਲੀ ਪਾਏ। ਉਹਨਾਂ ਨੂੰ ਕਿਸੇ ਨੇ ਪੁੱਛਿਆ ਕਿ ਜੇ ਅੱਜ ਵੀ ਪਰਮਾਤਮਾ ਦੇ ਦਰਸ਼ਨ ਕਰਨੇ ਹੋਣ, ਜੇ ਗੁਰੂ ਨੂੰ ਮਹਿਸੂਸ ਕਰਨਾ ਹੋਵੇ ਤਾਂ ਜਥੇਦਾਰ ਜੀ, ਬਾਬਾ ਜੀ ਕੀ ਕਰਨਾ ਚਾਹੀਦਾ? ਤਾਂ ਉਹਨਾਂ ਦੇ ਬੋਲ ਸਨ ਕਿ ਗੁਰੂ ਕਾ ਸਿੱਖ ਅੱਜ ਵੀ ਕੋਇਲ ਦੀ ਤਰ੍ਹਾਂ, ਬਬੀਹੇ ਦੀ ਤਰ੍ਹਾਂ ਅੰਮ੍ਰਿਤ ਵੇਲੇ ਉੱਠ ਕੇ ਮਿੱਠੀ ਜਿਹੀ ਆਵਾਜ਼ ਦੇ ਵਿੱਚ ਅਕਾਲ ਉਸਤਤ ਦੇ ਜਾਪ ਕਰਨ ਲੱਗ ਜਾਵੇ ਤੇ ਸੱਚੀ ਗੱਲ ਹੈ, ਦਿਨ ਆਵੇਗਾ ਗੁਰੂ ਕੀ ਮੌਜੂਦਗੀ ਮਹਿਸੂਸ ਜ਼ਰੂਰ ਹੋਵੇਗੀ। ਕਿਉਂਕਿ ਜਿੱਦਣ ਉਸ ਨੂੰ ਪੁਕਾਰਾਂਗੇ, ਪਰਮਾਤਮਾ ਨੂੰ ਪੁਕਾਰਾਂਗੇ ਕਿ ਦਰ ਮੰਦੇ ਠਾਂਡੇ ਦਰਬਾਰ, ਤੁਝ ਬਿਨ ਸੁਰਤ ਕਰੈ ਕੋ ਮੇਰੀ, ਦਰਸ਼ਨ ਦੀਜੈ ਖੋਲ ਕਵਾਰ। ਜਦੋਂ ਪਰਮਾਤਮਾ ਨੂੰ ਪੁਕਾਰਾਂਗੇ, ਸਗਲ ਭਵਨ ਕੇ ਨਾਇਕਾ ਇੱਕ ਛਿਨ ਦਰਸ ਦਿਖਾਏ ਜੀ, ਤਾਂ ਸੱਚੀ ਗੱਲ ਹੈ ਖਾਲਸਾ ਜੀ, ਪਰਮਾਤਮਾ ਦੇ ਦਰਸ਼ਨ ਜ਼ਰੂਰ ਹੋਣਗੇ। ਪਰ ਸ਼ਰਤ ਹੈ ਕਿ ਉਹਦੇ ਚਰਨਾਂ ਨੂੰ ਜੁੜਨਾ ਪਵੇਗਾ, ਉਹਦੀ ਯਾਦ ਵਿੱਚ ਜੁੜਨਾ ਪਵੇਗਾ। ਤਾਂ ਹੀ ਕਰਕੇ ਬਾਰ-ਬਾਰ ਸਤਿਗੁਰਾਂ ਨੇ ਹਵਾਲੇ ਦਿੱਤੇ ਕਿ ਗੁਰੂ ਕਿਆ ਸਿੱਖਾ ਪ੍ਰਾਨੀ, ਪਰਮ ਪੁਰਖ ਪਗ ਲਾਗੋ, ਸੋਵਤ ਕਾਹਾ ਮੋਹ ਨਿੰਦਰਾ ਮੈਂ, ਕਬਹੂ ਸੁਚਿਤ ਵੈ ਜਾਗੋ। ਕਿਤੇ ਸੰਸਾਰ ਦੀ ਮੋਹ ਦੀ ਨਿੰਦਰ ਦੇ ਵਿੱਚ ਸੁੱਤਾ ਹੈ, ਐ ਅਲਪਗ ਜੀਵ ਜਾਗ ਕੇ ਨਿਰੰਕਾਰ ਦੇ ਦੇਸ਼ ਦੀ ਯਾਤਰਾ ਨੂੰ ਸ਼ੁਰੂ ਕਰ ਦੇ, ਨਿਰੰਕਾਰ ਦੀ ਮੰਜ਼ਿਲ ਵੱਲ ਦੌੜਨਾ ਚੇਤੇ ਸ਼ੁਰੂ ਕਰ ਦੇ। ਸਤਿਗੁਰੂ ਦੀ ਬਾਣੀ ਦਾ ਫਰਮਾਨ ਹੈ ਕਿ ਚੇਤਾ ਹੀ ਤਾਂ ਚੇਤ, ਸਾਹਿਬ ਸਾਚਾ ਸੋ ਧਣੀ। ਜੇ ਕਿਤੇ ਤੈਨੂੰ ਮਾੜੀ ਮੋਟੀ ਹੋਸ਼ ਹੈ, ਚੇਤਾ ਹੈ, ਤੇ ਉਸ ਪਰਮਾਤਮਾ ਨੂੰ ਚੇਤ, ਉਸ ਪਰਮਾਤਮਾ ਨੂੰ ਸਿਮਰਨਾ ਸ਼ੁਰੂ ਕਰ। ਨਾਮ ਦੀ ਧੁਨੀ ਦੇ ਵਿੱਚ ਸੁਰਤ ਨੂੰ ਜੋੜਨਾ ਸ਼ੁਰੂ ਕਰ, ਤਾਂ ਜਾ ਕੇ ਤੇਰਾ ਇਹ ਜ਼ਿੰਦਗੀ ਦਾ ਸਫ਼ਰ ਜਿਹੜਾ ਸਹੀ ਮਾਇਨੇ ਦੇ ਵਿੱਚ ਸੁਚੱਜੇ ਢੰਗ ਦੇ ਨਾਲ ਤੂੰ ਪਾਰ ਕਰ ਸਕੇਂਗਾ। ਇਹ ਜ਼ਿੰਦਗੀ ਦਾ ਸਫ਼ਰ ਤੈਅ ਕਰਕੇ ਤੂੰ ਨਿਰੰਕਾਰ ਦੇ ਦੇਸ਼ ਦੀ ਮੰਜ਼ਿਲ ਤੱਕ ਪਹੁੰਚ ਸਕੇਂਗਾ। ਸੱਚੀ ਗੱਲ ਹੈ ਖਾਲਸਾ ਜੀ, ਇਹ ਜੋ ਸਾਡਾ ਜੀਵਨ ਹੈ ਨਾ, ਮਨੁੱਖਾ ਜੀਵਨ, ਇਹ ਜੋ ਸਾਨੂੰ ਪਰਮਾਤਮਾ ਨੇ ਜੀਵਨ ਬਖਸ਼ਿਆ ਹੈ, ਸੰਸਾਰ ਦੇ ਵਿੱਚ ਜ਼ਿੰਦਗੀ ਬਖਸ਼ੀ ਹੈ, ਇਸ ਦੇਹੀ ਕੋ ਸਿਮਰੇ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਐਸਾ ਅਨਮੋਲ ਮਨੁੱਖਾ ਦੇਹੀ ਮਹਾਰਾਜ ਨੇ ਬਖਸ਼ੀ ਕਿ ਜਿਸ ਇਨਸਾਨ ਦੇ ਸਰੀਰ ਨੂੰ ਦੇਵੀ ਦੇਵਤੇ ਵੀ ਤਰਸਦੇ ਨੇ, ਉਹ ਸੰਸਾਰ ਦੇ ਵਿੱਚ ਇਨਸਾਨ ਦਾ ਸਰੀਰ, ਉਹ ਮਨੁੱਖਾ ਦੇਹੀ ਪਰਮਾਤਮਾ ਨੇ ਤੇਰੀ ਝੋਲੀ ਵਿੱਚ ਪਾਈ। ਜਿਹੜਾ ਸਵਾਸ ਕਰੋੜਾਂ ਦੀ, ਅਰਬਾਂ ਦੀ, ਖਰਬਾਂ ਦੀ ਕੀਮਤ ਦੇ ਉੱਤੇ ਵੀ ਉਧਾਰਾ ਨਹੀਂ ਲਿਆ ਜਾ ਸਕਦਾ, ਉਹ ਕਿੰਨੇ ਹੀ ਸਵਾਸ ਪਰਮਾਤਮਾ ਨੇ ਤੇਰੀ ਝੋਲੀ ਵਿੱਚ ਪਾਏ। ਕਿਉਂ ਕਿ ਤੂੰ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਕਿ ਤੂੰ ਗੋਬਿੰਦ ਨੂੰ ਮਿਲ ਸਕੇ, ਤੂੰ ਸੰਸਾਰ ਦੇ ਵਿੱਚ ਇਸ ਜ਼ਿੰਦਗੀ ਦਾ ਸਫ਼ਰ ਤੈਅ ਕਰਕੇ ਨਿਰੰਕਾਰ ਦੇ ਦੇਸ਼ ਤੱਕ ਪਹੁੰਚ ਸਕੇ। ਇੱਕ ਵਿਦਵਾਨ ਦਾ ਕਥਨ ਹੈ ਕਿ ਇਹ ਜ਼ਿੰਦਗੀ ਵੀ ਇੱਕ ਸਫ਼ਰ ਹੈ ਤੇ ਅਸਾਂ ਸਾਰਿਆਂ ਨੇ ਉਸ ਪਰਮਾਤਮਾ ਦੀ ਮੰਜ਼ਿਲ ਤੱਕ ਪਹੁੰਚਣਾ ਹੈ। ਪਰ ਉਹ ਕਹਿੰਦਾ ਵੀ ਜੇ ਤੇ ਪਰਮਾਤਮਾ ਨੂੰ ਚੇਤੇ ਰੱਖਾਂਗੇ, ਪਰਮਾਤਮਾ ਨਾਲ ਗੱਲਾਂ ਕਰਾਂਗੇ, ਰੋਜ਼ਾਨਾ ਪਰਮਾਤਮਾ ਦਾ ਸਿਮਰਨ ਕਰਾਂਗੇ, ਫਿਰ ਤਾਂ ਇਹ ਜ਼ਿੰਦਗੀ ਦਾ ਸਫ਼ਰ ਜਿਹੜਾ ਕਿ ਬਹੁਤ ਸੁਖੈਲਾ ਲੱਗੇਗਾ। ਪਰ ਜੇ ਕਿਤੇ ਪਰਮਾਤਮਾ ਨੂੰ ਭੁੱਲ ਗਏ, ਜੇ ਪਰਮਾਤਮਾ ਦੇ ਨਾਮ ਤੋਂ ਵਾਂਝੇ ਰਹਿ ਗਏ, ਜੇ ਪਰਮਾਤਮਾ ਦੀਆਂ ਨਿਰੰਕਾਰ ਦੀਆਂ ਗੱਲਾਂ ਛੱਡ ਕੇ ਸੰਸਾਰ ਦੀਆਂ ਗੱਲਾਂ ਕਰਨ ਲੱਗ ਪਏ, ਤੇ ਪਰਮਾਤਮਾ ਤੱਕ ਪਹੁੰਚਣਾ ਤੇ ਬਹੁਤ ਦੂਰ ਦੀ ਗੱਲ ਹੈ। ਅਸੀਂ ਆਪਣੇ ਰਸਤੇ ਤੋਂ ਵੀ ਭਟਕ ਜਾਵਾਂਗੇ। ਕਈ ਵਾਰ ਵੇਖਦੇ ਹਾਂ ਸੰਸਾਰ ਦੇ ਵਿੱਚ ਕਿ ਨਸ਼ਿਆਂ 'ਚ ਗਲਕਤ ਹੋਏ ਲੋਕ, ਈਰਖਾ ਦੇ ਵਿੱਚ ਗਲਕਤ ਹੋਏ ਲੋਕ, ਵਿਸ਼ਿਆਂ ਵਕਾਰਾਂ ਦੇ ਵਿੱਚ ਗਲਕਤ ਹੋਏ ਲੋਕ, ਉਹਨਾਂ ਦੇ ਪਰਿਵਾਰ ਤਬਾਹ ਹੋ ਜਾਂਦੇ ਨੇ ਖਾਲਸਾ ਜੀ। ਕਿਉਂਕਿ ਉਹ ਆਪਣੇ ਰਸਤੇ ਤੋਂ ਭਟਕ ਚੁੱਕੇ ਨੇ। ਉਹਨਾਂ ਦਾ ਰਸਤਾ ਇਹ ਨਹੀਂ ਸੀ, ਕਵਨ ਕਾਜ ਸਿਰਜੇ ਜਗ ਭੀਤਰ, ਜਨਮ ਕਵਨ ਫਲ ਪਾਇਆ। ਉਹ ਵਿਦਵਾਨ ਲਿਖਦਾ ਕਿ ਇੱਕ ਰਸਤੇ ਦੇ ਉੱਤੇ ਦੋ ਪਿਓ ਤੇ ਪੁੱਤ ਉਹ ਚੱਲ ਰਹੇ ਸਨ ਆਪਣੀ ਮੰਜ਼ਿਲ 'ਤੇ ਪਹੁੰਚਣ ਦੇ ਲਈ। ਪੁੱਤਰ ਪਿਤਾ ਨੂੰ ਕਹਿਣ ਲੱਗਾ ਕਿ ਪਿਤਾ ਜੀ, ਕਿੰਨਾ ਕੇ ਸਫ਼ਰ ਤੈਅ ਕਰ ਰਹੇ ਹਾਂ ਅਤੇ ਕਿੰਨਾ ਕੇ ਬਾਕੀ ਰਹਿ ਗਿਆ। ਅਤੇ ਪਿਤਾ ਨੇ ਜਵਾਬ ਦਿੱਤਾ, ਬੇਟਾ 12 ਕੋ ਸਫ਼ਰ ਤੈਅ ਕਰ ਆਏ ਹਾਂ ਅਤੇ 12 ਕੋ ਸਫ਼ਰ ਰਹਿ ਚੁੱਕਿਆ। ਉਹ ਕਹਿਣ ਲੱਗਾ, ਕਿਉਂ ਨਾ ਆਪਾਂ ਰੁਕ ਕੇ ਆਰਾਮ ਕਰ ਲਈਏ ਪਿਤਾ ਜੀ। ਬੱਚੇ ਨੇ ਕਿਹਾ ਵੀ ਪਿਤਾ ਜੀ ਆਪਾਂ ਇੱਥੇ ਰੁਕ ਕੇ ਆਰਾਮ ਕਰ ਲਈਏ, ਕੱਲ੍ਹ ਨੂੰ ਅਗਾਂਹ ਚਲੇ ਜਾਵਾਂਗੇ। ਉਹ ਕਹਿਣ ਲੱਗਾ, ਨਹੀਂ,
ਮੰਜ਼ਲ ਦੇ ਵਿੱਚ ਪਹੁੰਚਣ ਲੱਗਿਆਂ ਦੇਰੀ ਨਹੀਂ ਕਰਨੀ ਚਾਹੀਦੀ। ਜਦੋਂ ਪਤਾ ਹੋਵੇ ਨਾ ਕਿ ਮੰਜ਼ਿਲ 'ਤੇ ਪਹੁੰਚਣਾ ਹੈ, ਇਹ ਸਾਦਾ ਟਿਕਾਣਾ ਨਹੀਂ, ਫਿਰ ਰੁਕਣਾ ਨਹੀਂ ਚਾਹੀਦਾ, ਹੰਬਲਾ ਮਾਰਦੇ ਰਹਿਣਾ ਚਾਹੀਦਾ ਹੈ। ਅਤੇ ਮੈਂ ਬੇਨਤੀ ਕਰਾਂ, ਮਹਾਰਾਜ ਦੀ ਬਾਣੀ ਦਾ ਵੀ ਫਰਮਾਨ ਹੈ ਕਿ ਨਹਿ ਬਿਲੰਬ ਧਰਮੰ ਬਿਲੰਬ ਪਾਪੰ, ਕਿ ਧਰਮ ਦੇ ਕੰਮ ਦੇ ਵਿੱਚ ਵੀ ਕਦੇ ਦੇਰੀ ਨਹੀਂ ਕਰਨੀ ਚਾਹੀਦੀ। ਜਦੋਂ ਪਤਾ ਹੈ ਕਿ ਬਾਣੀ ਪੜ੍ਹਿਆ ਹੀ ਕਾਰਜ ਰਾਸ ਹੋਣਗੇ, ਸੇਵਾ ਕੀਤਿਆਂ ਹੀ ਸਾਡੀ ਅਰਦਾਸ ਸੁਣੀ ਜਾਏਗੀ, ਸਿਮਰਨ ਕੀਤਿਆਂ ਹੀ ਅਰਦਾਸ ਸੁਣੀ ਜਾਏਗੀ, ਫਿਰ ਇਹ ਨਹੀਂ ਕਹਿਣਾ ਚਾਹੀਦਾ ਵੀ ਕੱਲ੍ਹ ਨੂੰ ਸਿਮਰਨ ਕਰਾਂਗੇ, ਬਾਣੀ ਕੱਲ੍ਹ ਨੂੰ ਪੜ੍ਹਾਂਗੇ, ਸੇਵਾ ਕੱਲ੍ਹ ਨੂੰ ਕਰਾਂਗੇ। ਜੇ ਪਤਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਘਰੋਂ ਦਾਤ ਤਾਂ ਮਿਲੇਗੀ ਜਿੱਦਣ ਖੰਡੇ ਬਾਟੇ ਦੀ ਪੋਲ ਲਵਾਂਗੇ, ਫਿਰ ਇਹ ਨਹੀਂ ਕਹਿਣਾ ਚਾਹੀਦਾ ਵੀ ਹਜੇ ਉਮਰ ਨਹੀਂ, ਰਹਿੰਦੀ ਉਮਰੇ ਛਕ ਲਵਾਂਗੇ। ਨਹੀਂ ਨਹੀਂ, ਇੱਥੇ ਤੇ ਇੱਕ ਸਵਾਸ ਦਾ ਭਰੋਸਾ ਵੀ ਨਹੀਂ ਖਾਲਸਾ ਜੀ। ਜਿੱਦਣ ਸੋਝੀ ਆ ਜਾਵੇ ਉਦਣ ਹੀ ਹੰਬਲਾ ਮਰ ਕੇ ਖੰਡੇ ਬਾਟੇ ਦੀ ਪੋਲ ਲੈ ਲੈਣੀ ਚਾਹੀਦੀ ਹੈ। ਜਿੱਦਣ ਸੋਝੀ ਆ ਜਾਵੇ ਸਿਮਰਨ ਦੀ, ਉਦਣ ਹੀ ਸਿਮਰਨ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ। ਪਿਤਾ ਕਹਿਣ ਲੱਗਾ, ਬੇਟਾ ਨਹੀਂ, ਜਦੋਂ ਮੰਜ਼ਿਲ ਦਾ ਪਤਾ ਹੋਵੇ ਤੇ ਰਸਤੇ 'ਚ ਰੁਕਣਾ ਨਹੀਂ ਚਾਹੀਦਾ, ਚੱਲਦੇ ਰਹਿਣਾ ਚਾਹੀਦਾ। ਬੇਟੇ ਨੇ ਕਿਹਾ ਥਕਾਵਟ ਬਹੁਤ ਹੈ। ਪਿਤਾ ਕਹਿਣ ਲੱਗਾ, ਜੇ ਥਕਾਵਟ ਹੈ ਇੱਕ ਕੰਮ ਕਰਾਂਗੇ, 6 ਕੋ ਤੂੰ ਮੈਨੂੰ ਚੱਕ ਲਈ, 6 ਕੋ ਮੈਂ ਤੈਨੂੰ ਚੱਕ ਲਵਾਂਗਾ ਅਤੇ ਆਪਾਂ ਸਫ਼ਰ ਤੈਅ ਕਰ ਲਵਾਂਗੇ। ਉਹ ਬੇਟਾ ਕਹਿਣ ਲੱਗਾ ਕਿ ਨਹੀਂ ਪਿਤਾ ਜੀ, ਜੇ ਇਸ ਤਰ੍ਹਾਂ ਇੱਕ ਦੂਸਰੇ ਨੂੰ ਚੱਕ ਕੇ ਸਫ਼ਰ ਕਰਾਂਗੇ ਥਕਾਵਟ ਹੋਰ ਹੋ ਜਾਵੇਗੀ। ਇੱਕ ਦੂਸਰੇ ਦਾ ਭਾਰ ਚੁੱਕ ਕੇ ਚੱਲਣਾ ਬਹੁਤ ਔਖਾ ਹੈ, ਕਠਿਨ ਹੈ। ਪਿਤਾ ਕਹਿਣ ਲੱਗਾ, ਨਹੀਂ, ਮੇਰਾ ਮਤਲਬ ਸੀ ਕਿ 6 ਕੋ ਮੈਂ ਤੈਨੂੰ ਗੱਲਾਂ ਸੁਣਾਵਾਂਗਾ ਅਤੇ 6 ਕੋ ਤੂੰ ਮੈਨੂੰ ਗੱਲਾਂ ਸੁਣਾਈ, ਅਤੇ ਗੱਲਾਂ ਦੇ ਵਿੱਚ ਆਪਾਂ ਨੂੰ ਸਫ਼ਰ ਦਾ ਪਤਾ ਵੀ ਨਹੀਂ ਲੱਗਣਾ ਅਤੇ ਆਪਾਂ ਮੰਜ਼ਿਲ 'ਤੇ ਪਹੁੰਚ ਜਾਵਾਂਗੇ। ਇਹਨਾਂ ਦੋਵਾਂ ਦੀ ਵਾਰਤਾ ਹੋ ਰਹੀ ਸੀ ਅਤੇ ਇੱਕ ਫਕੀਰ ਕੋਲੋਂ ਲੰਘਿਆ, ਇੱਕ ਸਾਧੂ ਕੋਲੋਂ ਲੰਘਿਆ। ਜਿਹੜਾ ਫਕੀਰ ਹੁੰਦਾ, ਜਿਹੜਾ ਸਾਧੂ ਹੁੰਦਾ ਨਾ ਪਿਆਰ ਵਾਲਿਓ, ਉਹਦੀ ਇੱਕ ਰਮਜ਼ ਦੇ ਵਿੱਚ ਹੀ ਪਰਮਾਤਮਾ ਦੇ ਨਾਮ ਦੀ ਸੋਝੀ ਆ ਜਾਂਦੀ ਹੈ। ਫਕੀਰ ਦੇ ਕੋਲ ਇਹ ਜੁਗਤੀ ਹੁੰਦੀ ਹੈ ਕਿ ਉਹ ਪਰਮਾਤਮਾ ਦੇ ਨਾਮ ਦੀ ਸੋਝੀ ਕਰਾ ਦਿੰਦਾ, ਪਰਮਾਤਮਾ ਦੇ ਨਾਮ ਨੂੰ ਜਪਣ ਦੀ ਜਾਗ ਲਾ ਦਿੰਦਾ। ਫਕੀਰ ਕਹਿਣ ਲੱਗਾ, ਵੇਖਿਓ ਕਿਤੇ, ਜੇ ਗੱਲਾਂ ਕਰਨੀਆਂ ਨੇ ਤੇ ਗੱਲਾਂ ਵੀ ਮੰਜ਼ਿਲ ਦੀਆਂ ਕਰਿਓ, ਇਹ ਨਾ ਹੋਵੇ ਕਿ ਸੰਸਾਰ ਦੀਆਂ ਗੱਲਾਂ ਵਿੱਚ ਉਲਝ ਜਾਵੋ ਤੇ ਰਸਤਾ ਹੀ ਭਟਕ ਜਾਵੋ। ਕਈ ਵਾਰ ਬੰਦਾ ਰਸਤੇ ਵਿੱਚ ਹੋਵੇ ਤੇ ਮੰਜ਼ਿਲ ਦੀਆਂ ਗੱਲਾਂ ਛੱਡ ਕੇ ਜੇ ਦੂਸਰੀਆਂ ਗੱਲਾਂ ਕਰਨ ਲੱਗ ਜਾਵੇ ਤੇ ਉਹ ਜ਼ਰੂਰ ਭਟਕ ਜਾਂਦਾ। ਜੇ ਮੰਜ਼ਿਲ 'ਤੇ ਪਹੁੰਚਣਾ ਫਿਰ ਗੱਲਾਂ ਵੀ ਮੰਜ਼ਿਲ ਦੀਆਂ ਕਰਿਓ। ਅਤੇ ਇੱਥੋਂ ਸਿੱਖਿਆ ਇਹ ਮਿਲਦੀ ਹੈ ਵੀ ਜੇ ਇਸ ਜ਼ਿੰਦਗੀ ਦੇ ਸਫ਼ਰ ਦੇ ਵਿੱਚ ਉਸ ਪਰਮਾਤਮਾ ਦੀ ਮੰਜ਼ਿਲ ਤੱਕ ਪਹੁੰਚਣਾ ਖਾਲਸਾ ਜੀ, ਫਿਰ ਯਤਨ ਇਹ ਕਰੀਏ ਵੀ ਗੱਲਾਂ ਵੀ ਪਰਮਾਤਮਾ ਦੀਆਂ ਕਰੀਏ। ਜਦੋਂ 4 ਰਿਸ਼ਤੇਦਾਰ ਬੈਠੀਏ ਫਿਰ ਇੱਕ ਦੂਸਰੇ ਦੀ ਨਿੰਦਿਆ ਚੁਗਲੀ ਛੱਡ ਕੇ ਉਸ ਪਰਮਾਤਮਾ ਦੇ ਨਾਮ ਦੀ ਸਾਂਝ ਪਾਈਏ। ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ, ਸੋ ਲੱਗੈ ਗੁਰਸਿੱਖਾਂ ਮਨ ਮਿੱਠਾ। ਪਰਮਾਤਮਾ ਦੇ ਨਾਮ ਦੀ, ਨਿਰੰਕਾਰ ਦੇ ਦੇਸ਼ ਦੀਆਂ ਗੱਲਾਂ ਕਰੀਏ। ਬੱਚਿਆਂ ਵਿੱਚ ਬੈਠੀਏ, ਪਰਿਵਾਰ ਵਿੱਚ ਬੈਠੀਏ ਅਤੇ ਗੁਰੂ ਕੀਆਂ ਸਾਖੀਆਂ ਸੁਣਾਈਏ, ਗੁਰੂ ਕੀ ਸਿੱਖਿਆਵਾਂ ਦੀ ਸਾਂਝ ਪਾਈਏ। ਕਿਉਂਕਿ ਜਦੋਂ ਘਰਾਂ ਦੇ ਵਿੱਚ ਵੀ ਗੁਰੂ ਦੀ ਗੱਲ ਚੱਲੇਗੀ, ਕਈ ਵਾਰ ਕਹਿੰਦੇ ਆ ਕਿ ਬੱਚੇ ਦੂਰ ਹੁੰਦੇ ਜਾ ਰਹੇ ਨੇ, ਬੱਚੇ ਆਗਿਆਕਾਰੀ ਨਹੀਂ ਹੁੰਦੇ। ਮੈਂ ਬੇਨਤੀ ਕਰਾਂ ਕਿ ਪੁਰਾਤਨ ਸਮੇਂ ਦੇ ਵਿੱਚ ਅਕਸਰ ਬੇਨਤੀ ਕਰੀਦੀ ਹੈ, ਪੁਰਾਤਨ ਸਮੇਂ ਦੇ ਵਿੱਚ ਘਰ ਘਰ ਦੇ ਵਿੱਚ ਵੱਡੇ ਬਜ਼ੁਰਗ ਨੇ ਅੰਮ੍ਰਿਤ ਵੇਲੇ ਬਾਣੀ ਪੜ੍ਹਨੀ, ਪਰਿਵਾਰ ਦੇ ਬਾਕੀ ਜੀਆਂ ਨੇ, ਬੱਚਿਆਂ ਨੇ ਬੈਠ ਕੇ ਉਸ ਬਾਣੀ ਨੂੰ ਸੁਣਨਾ। ਸ਼ਾਮ ਹੋਣੀ ਕੰਮਾਂ ਕਾਰਾਂ ਤੋਂ ਬਾਅਦ ਅਤੇ ਪਰਿਵਾਰ ਦੇ ਵੱਡੇ ਬਜ਼ੁਰਗ ਨੇ ਬੈਠ ਕੇ ਗੁਰੂ ਕੀ ਸਾਖੀ ਸੁਣਾਉਣੀ, ਪਰਿਵਾਰ ਦੇ ਬੱਚਿਆਂ ਨੇ, ਪਰਿਵਾਰ ਦੇ ਜੀਆਂ ਨੇ ਬੈਠ ਕੇ ਸੁਣਨੀ। ਅਤੇ ਉਦੋਂ ਬੱਚੇ ਆਗਿਆਕਾਰੀ ਸਨ, ਪਰਿਵਾਰਾਂ ਵਿੱਚ ਪਿਆਰ ਵੀ ਸੀ, ਇਤਫਾਕ ਵੀ ਸੀ। ਅੱਜ ਜੇ ਇਤਫਾਕ ਪਿਆਰ ਘਟ ਰਿਹਾ, ਉਹਦਾ ਕਾਰਨ ਕੀ ਹੈ ਕਿ ਘਰ ਦੇ ਵਿੱਚ ਨਿਰੰਕਾਰ ਦੀਆਂ ਗੱਲਾਂ ਨਹੀਂ, ਸੰਸਾਰ ਦੀਆਂ ਗੱਲਾਂ ਜ਼ਿਆਦਾ ਹੋਣ ਲੱਗ ਪਈਆਂ। ਬੱਚਿਆਂ ਨਾਲ ਬੈਠ ਕੇ ਵੀ ਗੁਰੂ ਕੀਆਂ ਸਾਖੀਆਂ, ਗੁਰੂ ਕੀ ਸਿੱਖਿਆਵਾਂ ਦੀ ਸਾਂਝ ਪਾਈਏ, ਤਾਂ ਹੀ ਸਾਡੇ ਘਰਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਵਰਤੇਗੀ, ਗੁਰੂ ਨਾਨਕ ਸਾਹਿਬ ਦੀ ਰਹਿਮਤ ਵਰਤੇਗੀ, ਉਹਨਾਂ ਦੀ ਕਿਰਪਾ ਦ੍ਰਿਸ਼ਟੀ ਵਰਤੇਗੀ। ਭਾਈ ਵੀਰ ਸਿੰਘ ਜੀ ਨੂੰ ਕਿਸੇ ਨੇ ਪੁੱਛਿਆ ਕਿ ਭਾਈ ਸਾਹਿਬ ਜੀ, ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਸਾਡੀ ਅਰਦਾਸ ਕਦੋਂ ਸੁਣੀ ਜਾਵੇਗੀ, ਗੁਰੂ ਨਾਨਕ ਸਾਹਿਬ ਦੀ ਕਿਰਪਾ ਘਰ ਦੇ ਵਿੱਚ ਕਦੋਂ ਵਰਤੇਗੀ? ਅਤੇ ਉਹ ਕਹਿਣ ਲੱਗੇ, ਗੁਰੂ ਨਾਨਕ ਦੀ ਕਿਰਪਾ ਉਦੋਂ ਵਰਤੇਗੀ ਜਦੋਂ ਗੁਰੂ ਨਾਨਕ ਦੇ ਨਾਲ ਗੱਲਾਂ ਕਰਿਆ ਕਰੋਗੇ। ਭਾਵ
ਜਦੋਂ ਰੋਜ਼ਾਨਾ ਉੱਠ ਕੇ ਜਪਜੀ ਸਾਹਿਬ ਦਾ ਪਾਠ ਕਰੋਗੇ ਤੇ ਇਹ ਗੱਲ ਕਹੋਗੇ ਕਿ ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਸੋ ਅਕਾਲ ਪੁਰਖ ਦੇ ਨਾਲ, ਪਰਮਾਤਮਾ ਦੇ ਨਾਲ, ਵਾਹਿਗੁਰੂ ਨਾਲ ਗੱਲਾਂ ਕਰਨ ਲਈ ਇਹ ਜੋ ਅਕਾਲ ਉਸਤਤ ਸਾਹਿਬ ਜੀ ਦੀ ਬਾਣੀ ਦੀ ਦਾਤ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਝੋਲੀ ਵਿੱਚ ਪਾਈ ਹੈ। ਸੋ ਇਹ ਜੋ ਭੂਮਿਕਾ ਬਹੁਤ ਜ਼ਰੂਰੀ ਸੀ ਕਿ ਅਕਾਲ ਉਸਤਤ ਸਾਹਿਬ ਜੀ ਦੀ ਬਾਣੀ ਦੀ ਮਹਾਨਤਾ ਬਾਰੇ ਕੁਝ ਕੇ ਸਾਂਝ ਆਪ ਸਭ ਸੰਗਤਾਂ ਦੇ ਨਾਲ ਪਾ ਸਕੀਏ ਕਿ ਕੈਸੀ ਕਲਾ, ਕੈਸੀ ਬਖਸ਼ਿਸ਼ ਇਸ ਅਕਾਲ ਉਸਤਤ ਸਾਹਿਬ ਜੀ ਦੀ ਬਾਣੀ ਦੇ ਅੰਦਰ ਵਰਤਦੀ ਹੈ, ਰਹਿਮਤ ਵਰਤਦੀ ਹੈ। ਸੋ ਹੁਣ ਬਾਣੀ ਦੀ ਵਿਚਾਰ ਆਰੰਭ ਕਰਦੇ ਹਾਂ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਸੀਸ ਤੇ ਮਿਹਰ ਭਰਿਆ ਹੱਥ ਰੱਖ ਕੇ ਵਿਚਾਰ ਆਰੰਭ ਕਰਾਉਣ ਜੀ। ਸਤਿਗੁਰੂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਉਸਤਤ ਲਿਖਣ ਤੋਂ ਪਹਿਲਾਂ ਉਸ ਪਰਮਾਤਮਾ ਦੇ ਨਾਮ ਦਾ ਮੰਗਲ ਕਰਦੇ ਨੇ ਔਰ ਬਚਨ ਕਰਦੇ ਨੇ ਕਿ ਇੱਕ ਓੰਕਾਰ ਸਤਿਗੁਰ ਪ੍ਰਸਾਦ। ਬਾਣੀ ਦੀ ਆਰੰਭਤਾ ਤੋਂ ਪਹਿਲਾਂ ਮੰਗਲ ਕਰਦੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਕਿ ਜਿਸ ਅਕਾਲ ਦਾ, ਜਿਸ ਪਰਮਾਤਮਾ ਦਾ ਗੀਤ ਗਾਣ ਲੱਗੇ ਆ, ਜਿਸ ਪਰਮਾਤਮਾ ਦੀ ਸੋਭਾ ਕਰਨ ਲੱਗੇ ਆ, ਜਿਸ ਵਾਹਿਗੁਰੂ ਦੀ ਉਸਤਤ ਕਰਨ ਲੱਗੇ ਆ, ਉਹ ਕੋਈ ਦੋ ਜਾਂ ਤਿੰਨ ਨਹੀਂ, ਉਹ ਇੱਕੋ ਹੈ। ਉਹ ਪਰਮਾਤਮਾ ਇੱਕੋ ਹੈ। ਏਕੋ ਹੈ ਭਾਈ ਏਕੋ ਹੈ, ਸਾਹਿਬ ਮੇਰਾ ਏਕੋ ਹੈ। ਔਰ ਐਸਾ ਏਕੋ ਹੈ ਕਿ ਇੱਕ ਰਸ ਸਰਬ ਵਿਆਪਕ ਹੈ। ਹਰ ਥਾਂ ਦੇ ਉੱਤੇ ਉਹ ਪਰਮਾਤਮਾ ਹੀ ਮੌਜੂਦ ਹੈ। ਹਰ ਜਗ੍ਹਾ ਉਹ ਪਰਮਾਤਮਾ ਰਮਿਆ ਹੋਇਆ ਹੈ। ਜਲੇ ਹੈ, ਥਲੇ ਹੈ, ਹਰ ਇੱਕ ਕਣ ਕਣ ਦੇ ਵਿੱਚ ਪਰਮਾਤਮਾ ਜੀ ਜੋਤ ਸੁਭਾਏਮਾਨ ਹੈ। ਪਰ ਉਸ ਪਰਮਾਤਮਾ ਦੀ ਸੋਝੀ, ਉਸ ਪਰਮਾਤਮਾ ਦੇ ਨਾਮ ਦੀ ਸੋਝੀ ਉਦੋਂ ਹੁੰਦੀ ਹੈ ਜਦੋਂ ਗੁਰੂ ਕਾ ਸਿੱਖ ਸਤਿਗੁਰੂ ਦੀ ਕਿਰਪਾ ਦਾ ਪਾਤਰ ਬਣਦਾ ਹੈ। ਸਤਿਗੁਰੂ ਦੀ ਕਿਰਪਾ, ਰਹਿਮਤ ਉਹਦੇ ਉੱਤੇ ਵਰਤਦੀ ਹੈ, ਤਾਂ ਜਾ ਕੇ ਉਸ ਪਰਮਾਤਮਾ ਦੇ ਨਾਮ ਦੀ ਸੋਝੀ ਹੁੰਦੀ ਹੈ। ਅੱਗੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਬਚਨ ਕਰਦੇ ਨੇ, ਉਤਾਰ ਖਾਸੇ ਦਸਖਤ ਕਾ ਪਾਤਸ਼ਾਹੀ ਦਸਵੀਂ। ਉਤਾਰ ਤੋਂ ਭਾਵ ਖਾਲਸਾ ਜੀ ਉਤਾਰਾ ਕੀਤਾ ਹੈ। ਵਿਦਵਾਨਾਂ ਦਾ ਮੰਨਣਾ ਹੈ ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਸ ਵਕਤ ਇਸ ਬਾਣੀ ਦੀ ਰਚਨਾ ਕੀਤੀ ਤਾਂ ਜੋ ਮੰਗਲਾਚਰਨ ਹੈ ਔਰ ਜੋ ਹੁਣ ਅਕਾਲ ਪੁਰਖ ਕੀ ਰਚਾ ਹਮਨੈ, ਸਰਬ ਲੋਹ ਦੀ ਰਚਿਆ ਹਮਨੈ, ਸਰਬ ਕਾਲ ਜੀ ਦੀ ਰਚਿਆ ਹਮਨੈ, ਸਰਬ ਲੋਹ ਜੀ ਦੀ ਸਦਾ ਰਚਿਆ ਹਮਨੈ ਤੱਕ ਮੰਗਲ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਲਿਖਿਆ। ਉਸ ਤੋਂ ਅੱਗੇ ਦੀ ਬਾਣੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਹਜ਼ੂਰੀ ਸੇਵਕਾਂ, ਆਪਣੇ ਹਜ਼ੂਰੀ ਲਿਖਾਰੀਆਂ ਪਾਸੋਂ ਲਿਖਵਾਉਣੀ ਆਰੰਭ ਕੀਤੀ। ਸੋ ਉਤਾਰ ਖਾਸੇ ਦਸਖਤ ਕਾ ਤੋਂ ਭਾਵ ਕਿ ਇਹ ਮੰਗਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਆਪਣੇ ਹਸਤਾਖਰਾਂ ਦਾ ਉਤਾਰਾ ਕੀਤਾ ਹੋਇਆ ਹੈ। ਪਾਤਸ਼ਾਹੀ ਦਸਵੀਂ ਭਾਵ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਸਵੈਮ ਆਪਣੇ ਪਾਵਨ ਕਰ ਕਮਲਾ ਦੇ ਨਾਲ ਲਿਖਿਆ ਹੈ ਔਰ ਬਚਨ ਕਰਦੇ ਨੇ ਕਿ ਅਕਾਲ ਪੁਰਖ ਕੀ ਰੱਛਾ ਹਮਨੈ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਉਸਤਤ ਆਰੰਭ ਕਰਨ ਤੋਂ ਪਹਿਲਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ ਨੇ ਕਿ ਮੈਂ ਜਿਸ ਅਕਾਲ ਦੀ, ਜਿਸ ਪਰਮਾਤਮਾ ਦੀ ਉਸਤਤ ਕਰਨ ਲੱਗਾ ਉਹ ਸਦਾ ਹੀ ਮੇਰੀ ਰੱਖਿਆ ਕਰਦਾ ਹੈ। ਵੇਖੋ ਇੱਥੋਂ ਬਹੁਤ ਵੱਡਾ ਸਿਧਾਂਤ ਸਾਡੇ ਸਾਹਮਣੇ ਆਉਂਦਾ ਹੈ। ਇੱਕ ਅਲੌਕਿਕ ਸਿੱਖਿਆ ਸਾਡੇ ਸਾਹਮਣੇ ਆਉਂਦੀ ਹੈ। ਇੱਕ ਭਾਵਨਾ ਸਾਡੇ ਸਾਹਮਣੇ ਆਉਂਦੀ ਹੈ ਕਿ ਗੁਰੂ ਕੇ ਸਿੱਖ ਨੇ ਜਦੋਂ ਬਾਣੀ ਪੜ੍ਹਨੀ ਹੈ ਉਹਦੇ ਅੰਦਰ ਭਾਵਨਾ ਕਿਹੋ ਜਿਹੀ ਹੋਵੇ। ਭਾਵਨਾ ਇਹੋ ਜਿਹੀ ਹੋਵੇ ਕਿ ਜੇ ਮੈਂ ਜਪਜੀ ਸਾਹਿਬ ਕਰਨ ਲੱਗਾ ਤਾਂ ਪਾਤਸ਼ਾਹ ਮੇਰੇ ਨਾਲ ਹਾਜ਼ਰ ਨਾਜ਼ਰ ਨੇ, ਸਤਿਗੁਰੂ ਮੇਰਾ ਨਾਲ ਹੈ, ਪਰਮਾਤਮਾ ਮੇਰੇ ਨਾਲ ਹੈ, ਮੈਨੂੰ ਵੇਖ ਰਿਹਾ ਹੈ, ਗੁਰੂ ਮੇਰਾ ਸੰਗ ਸਦਾ ਹੈ ਨਾਲੇ, ਗੁਰੂ ਮੇਰੇ ਨਾਲ ਹੈ ਜਿਹਦੀ ਮੈਂ ਬਾਣੀ ਪੜ੍ਹਨ ਲੱਗਾ ਹਾਂ। ਉਹ ਸਾਡੇ ਅੰਗ ਸੰਗ ਹੈ ਅਤੇ ਸਦਾ ਹੀ ਸਾਡੀ ਰੱਖਿਆ ਕਰਦਾ ਹੈ। ਸਤਿਗੁਰੂ ਕਹਿੰਦੇ ਜਿਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਉਸਤਤ ਕਰਨ ਲੱਗੇ ਹਾਂ ਉਹਦੀ ਸਦਾ ਹੀ ਸਾਨੂੰ ਰੱਖਿਆ ਹੈ। ਅਤੇ ਇਹ ਇੱਕ ਹੋਰ ਬਹੁਤ ਵੱਡੀ ਸਿੱਖਿਆ ਮਹਾਰਾਜ ਨੇ ਦਿੱਤੀ ਕਿ ਜੇ ਸੰਸਾਰ ਦਾ ਬੰਦਾ ਉਸ ਅਕਾਲ ਦੀ ਉਸਤਤ ਕਰੇਗਾ, ਪਰਮਾਤਮਾ ਦੀ ਉਸਤਤ ਕਰੇਗਾ ਅਤੇ ਪਰਮਾਤਮਾ ਹਰ ਜਗ੍ਹਾ ਉਸ ਦਾ ਮਦਦਗਾਰ ਜ਼ਰੂਰ ਹੋਵੇਗਾ, ਪਰਮਾਤਮਾ ਹਰ ਜਗ੍ਹਾ ਸਹਾਈ ਜ਼ਰੂਰ ਹੋਵੇਗਾ। ਤਾਂ ਹੀ ਆਪਾਂ ਅਰਦਾਸ ਦੇ ਵਿੱਚ ਵੀ ਬਚਨ ਕਰਦੇ ਹਾਂ ਕਿ ਸਭ ਥਾਈਂ ਹੋਏ ਸਹਾਏ, ਕਿ ਹੈ ਪਰਮਾਤਮਾ ਤੂੰ ਸਾਰੀਆਂ ਜਗ੍ਹਾਵਾਂ 'ਤੇ, ਸਾਰੀਆਂ ਥਾਵਾਂ 'ਤੇ ਹੀ ਸਦਾ ਸਹਾਈ ਹੁੰਦਾ ਹੈ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲਏ ਛਡਾਏ।
ਉਹ ਪ੍ਰਮਾਤਮਾ ਪਿਆਰਾ ਸਦਾ ਹੀ ਮੇਰੇ ਨਾਲ ਹੈ। ਸੋ ਪ੍ਰੀਤਮ ਨੂੰ ਹਾਜ਼ਰ ਨਾਜ਼ਰ ਜਾਣ ਕੇ ਜਪਾਂਗੇ ਤੇ ਰਹਿਮਤ ਬਖਸ਼ਿਸ਼ ਜ਼ਰੂਰ ਵਰਤੇਗੀ। ਸੋ ਹੁਣ ਬੇਨਤੀ ਕਰਾਂ ਕਿ ਅਕਾਲ ਪੁਰਖ, ਇਸ ਅਕਾਲ ਪੁਰਖ ਸ਼ਬਦ ਦੇ ਅਰਥ ਕੀ ਨੇ? ਇੱਕ ਵਿਦਵਾਨ ਦੇ ਬੋਲ ਨੇ ਕਿ ਕਾਲ ਸਮੇਂ ਤੋਂ ਰਹਿਤ ਜੋ, ਰਹਿਤ ਜਨਮ ਅਰ ਕਾਲ, ਕਾਲ ਕਰੇ ਜੋ ਕਾਲ ਕੋ, ਨਮੋ ਸੋ ਪੁਰਖ ਅਕਾਲ। ਉਹ ਲਿਖਦਾ ਕਿ ਜੋ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਕਾਲ ਤੋਂ ਰਹਿਤ ਹੈ, ਜੋ ਪਰਮਾਤਮਾ ਜਨਮ ਤੋਂ ਰਹਿਤ ਹੈ, ਜੋ ਪਰਮਾਤਮਾ ਕਾਲ ਦਾ ਵੀ ਕਾਲ ਹੈ, ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੂੰ ਮੇਰੀ ਨਮਸਕਾਰ ਹੈ। ਭਾਵ ਜਿਹੜਾ ਕਾਲ ਦਾ ਵੀ ਖਾਤਮਾ ਕਰ ਸਕਦਾ ਹੈ। ਵੈਸੇ ਸੰਸਾਰ ਦੇ ਵਿੱਚ ਸਮੇਂ ਦਾ, ਮੌਤ ਦਾ ਕੋਈ ਖਾਤਮਾ ਨਹੀਂ ਕਰ ਸਕਦਾ, ਪਰ ਪਰਮਾਤਮਾ ਕਾਲ ਦਾ ਵੀ ਖਾਤਮਾ ਕਰ ਸਕਦਾ ਹੈ, ਮੌਤ ਦਾ ਵੀ ਖਾਤਮਾ ਕਰ ਸਕਦਾ। ਕਿਉਂ? ਕਿਉਂਕਿ ਪਰਮਾਤਮਾ ਹੀ ਕਾਲ ਨੂੰ ਬਣਾਉਣ ਵਾਲਾ ਹੈ, ਪਰਮਾਤਮਾ ਹੀ ਸਮੇਂ ਨੂੰ ਬਣਾਉਣ ਵਾਲਾ ਹੈ, ਪਰਮਾਤਮਾ ਹੀ ਮੌਤ ਨੂੰ ਬਣਾਉਣ ਵਾਲਾ ਹੈ। ਕਾਲ ਸਮੇਂ ਤੋਂ ਰਹਿਤ ਜੋ, ਰਹਿਤ ਜਨਮ ਅਰ ਕਾਲ, ਕਾਲ ਕਰੇ ਜੋ ਕਾਲ ਕੋ, ਨਮੋ ਸੋ ਪੁਰਖ ਅਕਾਲ। ਸੋ ਕਾਲ ਪੁਰਖ ਵਾਹਿਗੁਰੂ ਪਰਮਾਤਮਾ ਉਸ ਸ਼ਕਤੀ ਦਾ ਨਾਮ ਹੈ ਜੋ ਕਾਲ ਦੇ ਪ੍ਰਭਾਵ ਤੋਂ ਮੁਕਤ ਹੈ, ਜੋ ਸਮੇਂ ਦੇ ਪ੍ਰਭਾਵ ਤੋਂ ਮੁਕਤ ਹੈ। ਉਹ ਸਰਬ ਸ਼ਕਤੀਮਾਨ ਹੈ। ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਸਦਾ ਹੀ ਸਾਨੂੰ ਰੱਖਿਆ ਹੈ। ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੂੰ ਸਦਾ ਹੀ ਨਮਸਕਾਰ ਹੈ, ਜੋ ਕਾਲ ਤੋਂ, ਜੋ ਸਮੇਂ ਤੋਂ, ਜੋ ਮੌਤ ਤੋਂ ਪ੍ਰਭਾਵ ਤੋਂ ਰਹਿਤ ਹੈ, ਜੋ ਮੌਤ ਨੂੰ ਵੀ ਮਾਰ ਸਕਦਾ ਹੈ, ਜੋ ਕਾਲ ਦਾ ਵੀ ਕਾਲ ਹੈ। ਉਸ ਅਕਾਲ ਪੁਰਖ ਨੂੰ ਸਦਾ ਹੀ ਨਮਸਕਾਰ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਅੰਦਰ ਮਾਰੂ ਰਾਗ ਦੇ ਵਿੱਚ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਕਿ ਤੂੰ ਅਕਾਲ ਪੁਰਖ ਨਾਹੀ ਸਿਰ ਕਾਲਾ, ਤੂੰ ਪੁਰਖ ਅਲੇਖ ਅਗੰਮ ਨਿਰਾਲਾ। ਕਿ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਤੇਰੇ ਸਿਰ ਦੇ ਉੱਤੇ ਕਾਲ ਦਾ ਪ੍ਰਭਾਵ ਨਹੀਂ, ਤੂੰ ਅਗੰਮ ਹੈ, ਤੂੰ ਨਿਰਾਲਾ ਹੈ, ਤੂੰ ਹਰ ਜਗ੍ਹਾ ਸਰਬ ਵਿਆਪਕ ਹੈ। ਸੋ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਨਮਸਕਾਰ ਹੈ, ਜਿਹਦੀ ਸਦਾ ਹੀ ਸਾਨੂੰ ਰਚਿਆ ਹੈ। ਕਿਉਂਕਿ ਬਾਣੀ ਦਾ ਫਰਮਾਨ ਹੈ ਕਿ ਜਿਸ ਕਾ ਨਾਹੇ ਕੋਏ ਹਾਂ, ਤਿਸ ਕਾ ਪ੍ਰਭ ਸੋਏ ਹਾਂ। ਸੰਸਾਰ ਦੇ ਤਖਤੇ ਦੇ ਉੱਤੇ ਜਿਹਦਾ ਕੋਈ ਵੀ ਨਾ ਹੋਵੇ, ਪਰਮਾਤਮਾ ਸਦਾ ਹੀ ਉਹਦਾ ਬਣਦਾ ਹੈ। ਪਿਆਰ ਵਾਲਿਓ, ਅੱਜ ਜੋ ਹਾਲਾਤ ਚੱਲ ਰਹੇ ਨੇ, ਵੱਡੇ ਵੱਡੇ ਸ਼ਕਤੀਆਂ ਦੇ ਹੱਥ ਖੜੇ ਹੋ ਚੁੱਕੇ ਨੇ ਇਸ ਭਿਅੰਕਰ ਬਿਮਾਰੀ ਤੋਂ ਬਚਣ ਦੇ ਲਈ। ਅਤੇ ਜੇ ਅੱਜ ਜੀਵ ਨੂੰ, ਅੱਜ ਇਨਸਾਨ ਨੂੰ ਕਿਸੇ ਦਾ ਆਸਰਾ ਹੈ, ਕਿਸੇ ਦੀ ਓਟ ਹੈ, ਕਿਸੇ ਦੀ ਟੇਕ ਹੈ, ਅਤੇ ਉਹ ਪਰਮਾਤਮਾ ਦੀ ਹੈ, ਉਹ ਵਾਹਿਗੁਰੂ ਦੀ ਹੈ। ਅੱਜ ਹਰ ਇੱਕ ਇਨਸਾਨ ਉਸ ਸਰਬ ਸ਼ਕਤੀਮਾਨ ਵਾਹਿਗੁਰੂ ਅੱਗੇ ਅਰਦਾਸ ਕਰ ਰਿਹਾ, ਪਰਮਾਤਮਾ ਹਮਰੀ ਕਰੋ ਹਾਥ ਦਾ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ। ਪਰਮਾਤਮਾ ਮੇਰੀ ਰੱਛਿਆ ਕਰ, ਮੈਨੂੰ ਬਚਾ ਕੇ ਰੱਖ, ਮੇਰੇ ਸੀਸ 'ਤੇ ਮਿਹਰ ਭਰਿਆ ਹੱਥ ਰੱਖ। ਤਾਂ ਹੀ ਕਰਕੇ ਬਾਣੀ ਨੇ ਵੀ ਕਿਹਾ ਕਿ ਜਿਹਦਾ ਕੋਈ ਨਾ ਹੋਵੇ ਉਹਦਾ ਪਰਮਾਤਮਾ ਬਣਦਾ ਹੈ। ਇਸ ਕਰਕੇ ਯਤਨ ਕਰ, ਧਰ ਜੀਅਰੇ ਇੱਕ ਟੇਕ ਤੂੰ, ਲਾਹੇ ਬਿਡਾਨੀ ਆਸ, ਨਾਨਕ ਨਾਮ ਧਿਆਈਐ, ਕਾਰਜ ਆਵੈ ਰਾਸ। ਸੋ ਅੱਗੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਬਚਨ ਕਰਦੇ ਨੇ, ਸਰਬ ਲੋਹ ਦੀ ਰਚਿਆ ਹਮਨੈ। ਇਸ ਪੰਕਤੀ ਤੋਂ ਭਾਵ ਖਾਲਸਾ ਜੀ ਇਹ ਵੀ ਬਣਦਾ ਹੈ ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਸ਼ਸਤਰਧਾਰੀ ਨੇ, ਔਰ ਸਤਿਗੁਰੂ ਨੇ ਖਾਲਸੇ ਨੂੰ ਵੀ ਸ਼ਸਤਰਧਾਰੀ ਬਣਾਇਆ। ਸੋ ਸਰਬ ਲੋਹ ਦੇ ਵਿੱਚੋਂ ਪ੍ਰਗਟ ਹੋਏ ਜਿਹੜੇ ਸ਼ਸਤਰ ਨੇ, ਸਤਿਗੁਰੂ ਕਹਿੰਦੇ ਸਾਨੂੰ ਸਦਾ ਹੀ ਉਹਨਾਂ ਦੀ ਰਚਿਆ ਹੈ। ਪਰੰਤੂ ਵਿਚਾਰਨ ਵਾਲੀ ਜੋ ਗੱਲ ਇਹ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਹਿਲਾਂ ਬਚਨ ਕੀਤਾ ਕਿ ਅਕਾਲ ਪੁਰਖ ਕੀ ਰਚਿਆ ਹਮਨੇ। ਉਸ ਤੋਂ ਬਾਅਦ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਬਚਨ ਕੀਤਾ ਕਿ ਸਰਬ ਲੋਹ ਦੀ ਰਚਿਆ ਹਮਨੇ। ਪਹਿਲਾਂ ਮਹਾਰਾਜ ਨੇ ਬਚਨ ਕੀਤਾ ਕਿ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਦਾ ਹੀ ਸਾਨੂੰ ਰਚਿਆ ਹੈ। ਦੂਸਰਾ ਬਚਨ ਸਤਿਗੁਰੂ ਨੇ ਕੀਤਾ ਕਿ ਸਰਬ ਲੋਹ ਦੀ ਰਚਿਆ ਹਮਨੇ, ਕਿ ਉਸ ਸਰਬ ਲੋਹ ਦੇ ਵਿੱਚੋਂ ਪ੍ਰਗਟ ਹੋਏ ਸ਼ਸਤਰਾਂ ਦੀ ਸਦਾ ਹੀ ਸਾਨੂੰ ਰਚਿਆ ਹੈ। ਭਾਵ ਜੋ ਸ਼ਸਤਰ ਅਸੀਂ ਪਹਿਨੇ ਨੇ, ਜਿਨ੍ਹਾਂ ਸ਼ਸਤਰਾਂ ਨੂੰ ਪੀਰ ਕਿਹਾ ਹੈ, ਉਹ ਸ਼ਸਤਰ ਵੀ ਸਦਾ ਹੀ ਸਾਡੀ ਰੱਖਿਆ ਕਰਦੇ ਨੇ। ਪਰ ਇੱਥੇ ਸਤਿਗੁਰੂ ਨੇ ਕੇਵਲ ਸ਼ਸਤਰਾਂ ਤੋਂ ਜਾਣੂ ਨਹੀਂ ਕਰਾਇਆ, ਮਹਾਰਾਜ ਨੇ ਇੱਕ ਬਹੁਤ ਵੱਡੀ ਸਿੱਖਿਆ ਗੁਰੂ ਕੇ ਸਿੱਖਿਆ ਨੂੰ ਦਿੱਤੀ ਕਿ ਗੁਰੂ ਕਿਉ ਸਿੱਖੋ, ਜਿਹੜੇ ਸ਼ਸਤਰ ਤੁਸਾਂ ਨੇ ਅੱਜ ਪਹਿਨੇ ਨੇ, ਜੇ ਇਨ੍ਹਾਂ ਸ਼ਸਤਰਾਂ ਨੇ ਕਦੇ ਵੀ ਤੁਹਾਡੀ ਰੱਖਿਆ ਕੀਤੀ ਹੈ ਤੇ ਇਹ ਨਾ ਸਮਝਿਓ ਕਿ ਮੇਰੇ ਵਿੱਚ ਤਾਕਤ ਸੀ ਤੇ ਜਾਂ ਕੇਵਲ ਮੇਰੇ
ਵਿੱਚ ਉਹ ਸ਼ਸਤਰ ਵਿਦਿਆ ਦਾ ਕਲਾ ਸੀ ਕਿ ਮੈਂ ਸ਼ਸਤਰ ਵਿਦਿਆ ਦੀ ਕਲਾ ਦੇ ਨਾਲ, ਸ਼ਸਤਰ ਵਿਦਿਆ ਦੇ ਅਭਿਆਸ ਦੇ ਨਾਲ ਆਪਣੀ ਰੱਖਿਆ ਕਰ ਸਕਿਆ। ਮਹਾਰਾਜ ਕਹਿੰਦੇ ਨਹੀਂ, ਜੇ ਸ਼ਸਤਰ ਵੀ ਰੱਖਿਆ ਕਰਦੇ ਨੇ ਤੇ ਸ਼ਸਤਰਾਂ ਦੇ ਵਿੱਚ ਵੀ ਸ਼ਕਤੀ ਉਸ ਪਰਮਾਤਮਾ ਦੀ ਵਰਤਦੀ ਹੈ। ਕਿਉਂਕਿ ਤਾਕਤਵਰ ਲੋਕ ਹਮੇਸ਼ਾ ਇਸ ਗੱਲ ਦਾ ਭੁਲੇਖਾ ਖਾ ਜਾਂਦੇ ਨੇ। ਉਹ ਆਪਣੇ ਸ਼ਸਤਰਾਂ ਦੇ ਉੱਤੇ, ਆਪਣੀ ਤਾਕਤ ਦੇ ਉੱਤੇ ਮਾਣ ਕਰ ਬੈਠਦੇ ਨੇ। ਪਰ ਸਤਿਗੁਰੂ ਕਹਿੰਦੇ ਜੇ ਸ਼ਸਤਰਾਂ ਨੂੰ ਵੀ ਤਾਕਤ ਬਖਸ਼ੀ ਹੈ ਤੇ ਉਸ ਅਕਾਲ ਪੁਰਖ ਪਰਮਾਤਮਾ ਨੇ ਬਖਸ਼ੀ ਹੈ।